ਸਤਿ ਸ਼੍ਰੀ ਅਕਾਲ। ਮੈਂ ਅਮਨਦੀਪ ਕੌਰ, ਵੋਕੇਸ਼ਨਲ ਟ੍ਰੇਨਰ ਐਗਰੀਕਲਚਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਦਲ, ਸ਼੍ਰੀ ਮੁਕਤਸਰ ਸਾਹਿਬ ਵਿਖੇ ਆਪਣੀਆਂ ਸੇਵਾਵਾਂ ਦੇ ਰਹੀ ਹਾਂ। ਤੇ ਅੱਜ ਮੈਂ ਤੁਹਾਡੇ ਨਾਲ ਆਪਣਾ ਨਿਊ ਜੌਬ ਰੋਲ ਸਮਾਲ ਪੋਲਟਰੀ ਫਾਰਮ ਕਲਾਸ +2 ਦਾ ਯੂਨਿਟ 2 ਜਿਸ ਦਾ ਟੌਪਿਕ ਹੈ ਕਲੀਨਿੰਗ ਐਂਡ ਡਿਸਇਨਫੈਕਟਿੰਗ ਪੋਲਟਰੀ ਫਾਰਮ ਬਾਰੇ ਡਿਸਕਸ ਕਰੂੰਗੀ। ਪਿਆਰੇ ਬੱਚਿਓ, ਮੈਂ ਉਮੀਦ ਕਰੂੰਗੀ ਕਿ ਤੁਸੀਂ ਅੱਜ ਦੇ ਟੌਪਿਕ ਨੂੰ ਬੜੇ ਹੀ ਧਿਆਨ ਨਾਲ ਸਮਝੋਗੇ, ਕਿਉਂਕਿ ਇਸ ਟੌਪਿਕ ਦੇ ਅਖੀਰ ਵਿੱਚ ਮੈਂ ਤੁਹਾਡੇ ਤੋਂ ਕੁਝ ਪ੍ਰਸ਼ਨ ਪੁੱਛੂੰਗੀ ਤੇ ਉਮੀਦ ਕਰੂੰਗੀ ਕਿ ਤੁਹਾਨੂੰ ਉਹਨਾਂ ਦੇ ਉੱਤਰ ਜ਼ਰੂਰ ਆਉਂਦੇ ਹੋਣਗੇ। ਤਾਂ ਆਓ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਟੌਪਿਕ, ਪੋਲਟਰੀ ਫਾਰਮ ਦੀ ਸਫਾਈ ਅਤੇ ਕੀਟਾਣੂ ਰਹਿਤ ਕਰਨਾ। ਸਭ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਕਿ ਪੋਲਟਰੀ ਫਾਰਮ ਦੀ ਸਫਾਈ ਅਤੇ ਕੀਟਾਣੂ ਮੁਕਤ ਕਰਨ ਦੀ ਕੀ ਲੋੜ ਹੈ। ਪੋਲਟਰੀ ਫਾਰਮ ਵਿੱਚ ਸਫਾਈ ਅਤੇ ਕੀਟਾਣੂ ਰਹਿਤ ਸਫਾਈ, ਜਿਸ ਨੂੰ ਰੋਗਾਣੂ ਮੁਕਤ ਕਰਨਾ ਵੀ ਕਿਹਾ ਜਾ ਸਕਦਾ ਹੈ। ਇਸ ਨਾਲ ਰੋਗ ਦੇ ਜੀਵ ਜਿਵੇਂ ਕਿ ਵਾਇਰਸ, ਬੈਕਟੀਰੀਆ, ਪਰਜੀਵੀ ਆਦਿ ਮਰ ਜਾਂਦੇ ਹਨ, ਜੋ ਕਿ ਕਿਸੇ ਫਾਰਮ ਵਿੱਚ ਕੁਝ ਸਮੇਂ ਲਈ ਜਾਂ ਫਿਰ ਕੁਝ ਜ਼ਿਆਦਾ ਲੰਬੇ ਸਮੇਂ ਤਾਈਂ ਮੌਜੂਦ ਰਹਿ ਸਕਦੇ ਆ। ਹੁਣ ਆਪਾਂ ਗੱਲ ਕਰਦੇ ਹਾਂ ਕਿ ਡੇਅਰੀ ਸ਼ੈਡਾਂ ਵਿੱਚ ਸਫਾਈ ਕਿਵੇਂ ਬਣਾ ਕੇ ਰੱਖੀ ਜਾ ਸਕਦੀ ਹੈ। ਪਿਆਰੇ ਬੱਚਿਓ, ਸਫਾਈ ਦੀ ਪਰਿਭਾਸ਼ਾ ਕੁਝ ਇਸ ਤਰ੍ਹਾਂ ਹੁੰਦੀ ਹੈ ਕਿ ਸਫਾਈ ਰਾਹੀਂ ਤੁਸੀਂ ਬਾਹਰੀ ਸਮੱਗਰੀ ਨੂੰ ਸਰੀਰਕ ਤੌਰ ਤੇ ਹਟਾਉਣਾ, ਜਿਵੇਂ ਕਿ ਧੂੜ, ਮਿੱਟੀ ਅਤੇ ਜੈਵਿਕ ਪਦਾਰਥ ਜਿਵੇਂ ਕਿ ਖੂਨ, ਸੂਖਮ ਜੀਵ ਜਾਂ ਫਿਰ ਬਿਮਾਰੀ ਦੇ ਏਜੰਟਾਂ ਤੋਂ ਆਪਣੀ ਰੱਖਿਆ ਸਫਾਈ ਰਾਹੀਂ ਹੁੰਦੀ ਹੈ। ਚੰਗੇ ਤਰੀਕੇ ਨਾਲ ਕੀਤੀ ਸਫਾਈ 80% ਬਿਮਾਰੀ ਏਜੰਟਾਂ ਨੂੰ ਹਟਾ ਦਿੰਦੀ ਹੈ। ਸਫਾਈ ਦੀ ਪ੍ਰਕਿਰਿਆ ਲਈ ਜ਼ਰੂਰੀ ਵਸਤੂਆਂ। ਸਫਾਈ ਕਰਦੇ ਦੌਰਾਨ ਆਪਾਂ ਵੱਖ-ਵੱਖ ਤਰੀਕੇ ਦੀਆਂ ਵਸਤੂਆਂ ਦੀ ਪ੍ਰਯੋਗ ਕਰਦੇ ਹਾਂ, ਜਿਵੇਂ ਬੁਰਸ਼, ਟੋਕਰੀ, ਸਪਰੇਅਰ, ਦਸਤਾਨੇ, ਲਿਟਰ ਰੇਕਿੰਗ। ਲਿਟਰ ਰੇਕਿੰਗ ਤੋਂ ਭਾਵ ਹੈ ਕੂੜਾ ਕਰਕਟ ਇਕੱਠਾ ਕਰਨ ਲਈ ਸਰੋਤ। ਜਿਵੇਂ ਕਿ ਤੁਸੀਂ ਸਕਰੀਨ ਉੱਤੇ ਦਰਸਾਈ ਹੋਈ ਤਸਵੀਰ ਵਿੱਚ ਦੇਖ ਸਕਦੇ ਹੋ ਕਿ ਬਾਲਟੀ ਦੇ ਨਾਲ ਇੱਕ ਹਰੇ ਰੰਗ ਦਾ ਕੂੜਾ ਇਕੱਠਾ ਕਰਨ ਵਾਲਾ ਲਿਟਰ ਰੇਕਿੰਗ ਪਿਆ ਹੈ। ਇਸ ਤੋਂ ਇਲਾਵਾ ਲੱਕੜ ਦੇ ਖਾਨੇ, ਮੋਪਸ ਹੁੰਦੇ ਆ ਪੋਚੇ, ਸਫਾਈ ਦੇ ਡੱਬੇ, ਝਾੜੂ, PPE ਕਿੱਟ। PPE ਕਿੱਟ ਤੋਂ ਭਾਵ ਹੈ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ ਕਿੱਟ, ਜਿਸ ਬਾਰੇ ਆਪਾਂ ਅੱਗੇ ਚੱਲ ਕੇ ਗੱਲ ਕਰਾਂਗੇ। ਸਫਾਈ ਕਰਨ ਦੇ 2 ਜ਼ਰੂਰੀ ਕਦਮ ਹੁੰਦੇ ਹਨ। ਇੱਕ ਹੁੰਦੀ ਹੈ ਖੁਸ਼ਕ ਸਫਾਈ ਅਤੇ ਇੱਕ ਹੁੰਦੀ ਹੈ ਗਿੱਲੀ ਸਫਾਈ। ਖੁਸ਼ਕ ਸਫਾਈ ਨੂੰ ਇੰਗਲਿਸ਼ ਵਿੱਚ ਡਰਾਈ ਕਲੀਨਿੰਗ ਵੀ ਕਿਹਾ ਜਾਂਦਾ ਹੈ। ਡਰਾਈ ਕਲੀਨਿੰਗ ਤੋਂ ਭਾਵ ਹੁੰਦਾ ਹੈ ਮਿੱਟੀ ਅਤੇ ਸੁੱਕੀਆਂ ਜੈਵਿਕ ਪਦਾਰਥਾਂ ਨੂੰ ਹਟਾਉਣ ਲਈ ਝਾੜੂ, ਬੁਰਸ਼, ਬੇਲਚਾ, ਰਾਗ ਜਾਂ ਸੰਕੁਚਿਤ ਹਵਾ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਨੂੰ ਡਰਾਈ ਕਲੀਨਿੰਗ ਕਿਹਾ ਜਾਂਦਾ ਹੈ। ਡਰਾਈ ਕਲੀਨਿੰਗ ਦੀ ਵਰਤੋਂ ਹਵਾ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ, ਜਿਵੇਂ ਕਿ ਐਵੀਅਨ ਇਨਫਲੂਐਂਜ਼ਾ, ਜਿਸ ਨੂੰ ਡਾਕਟਰੀ ਭਾਸ਼ਾ ਵਿੱਚ H5N1 ਬਰਡ ਫਲੂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਨਾਲ ਤੁਸੀਂ ਪੋਲਟਰੀ ਘਰਾਂ ਦੀ ਸਫਾਈ ਦੌਰਾਨ ਇਹ ਵਾਇਰਸ ਦੇ ਹਵਾ ਦੇ ਸੰਪਰਕ ਰਾਹੀਂ ਲਾਗ ਦੀ ਬਿਮਾਰੀ ਦਾ ਕਾਰਨ ਬਣ ਸਕਦੀ ਹੈ ਅਤੇ ਫੈਲਣ ਦੇ ਜੋਖਮ ਨੂੰ ਵੀ ਵਧਾ ਸਕਦੀ ਹੈ। ਇਸ ਤਰ੍ਹਾਂ ਦੀ ਕਈ ਬਿਮਾਰੀਆਂ ਤੋਂ ਛੁਟਕਾਰਾ ਡਰਾਈ ਕਲੀਨਿੰਗ ਜਾਂ ਫਿਰ ਖੁਸ਼ਕ ਸਫਾਈ ਨਾਲ ਪਾਇਆ ਜਾ ਸਕਦਾ ਹੈ। ਹੁਣ ਆਪਾਂ ਦੂਸਰੇ ਪੁਆਇੰਟ ਗਿੱਲੀ ਸਫਾਈ ਬਾਰੇ ਜਾਣਦੇ ਹਾਂ। ਪਿਆਰੇ ਬੱਚਿਓ, ਜਿਵੇਂ ਕਿ ਤੁਸੀਂ ਆਮ ਆਪਣੇ ਘਰਾਂ ਵਿੱਚ ਦੇਖਿਆ ਹੋਵੇਗਾ ਕਿ ਪਾਣੀ ਦੀ ਵਰਤੋਂ ਨਾਲ ਜੋ ਸਫਾਈ ਕੀਤੀ ਜਾਂਦੀ ਹੈ, ਉਸਨੂੰ ਗਿੱਲੀ ਸਫਾਈ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਡਿਟਰਜੈਂਟ, ਸਾਬਣ ਅਤੇ ਪਾਣੀ ਦੀ ਵਰਤੋਂ ਨਾਲ ਖੇਤਰ ਨੂੰ ਅਤੇ ਬਾਕੀ ਜੈਵਿਕ ਪਦਾਰਥਾਂ ਦੇ ਨਾਲ-ਨਾਲ ਗੰਦਗੀ ਅਤੇ ਗਰੀਸ ਨੂੰ ਹਟਾਉਣ ਲਈ ਰਗੜੋ ਕੀਤੀ ਜਾਂਦੀ ਹੈ। ਇਸ ਨੂੰ ਗਿੱਲੀ ਸਫਾਈ ਕਿਹਾ ਜਾਂਦਾ ਹੈ।
ਗਿੱਲੀ ਸਫਾਈ ਵਾਇਰਸ ਦੇ ਹਵਾ ਵਿੱਚ ਫੈਲਣ ਦੇ ਜੋਖਮ ਨੂੰ ਘਟਾਉਂਦੀ ਹੈ ਅਤੇ ਗਿੱਲੀ ਸਫਾਈ ਵਿੱਚ ਤੁਸੀਂ ਡਿਟਰਜੈਂਟ, ਸਾਬਣ, ਗਰਮ ਪਾਣੀ, ਮਸ਼ੀਨ ਦੀ ਵਰਤੋਂ ਜਾਂ ਫਿਰ ਸਟੀਮਰ ਦੀ ਵਰਤੋਂ ਵੀ ਕਰ ਸਕਦੇ ਹੋ। ਹੁਣ ਆਪਾਂ ਗੱਲ ਕਰਦੇ ਹਾਂ ਕਿ ਪੋਲਟਰੀ ਸ਼ੈੱਡ ਦੀ ਸਫਾਈ ਕਿਸ ਤਰ੍ਹਾਂ ਕੀਤੀ ਜਾਂਦੀ ਹੈ। ਤਾਂ ਸਭ ਤੋਂ ਪਹਿਲਾ ਜੋ ਪੁਆਇੰਟ ਹੈ ਉਸ ਨੂੰ ਕਿਹਾ ਜਾਂਦਾ ਹੈ ਟਰਮੀਨਲ ਸ਼ੈੱਡ ਦੀ ਸਫਾਈ। ਟਰਮੀਨਲ ਸ਼ੈੱਡ ਉਹ ਹੁੰਦਾ ਹੈ ਜਿਸ ਵਿੱਚ ਮੁਰਗੀਆਂ ਨੂੰ ਇਕੱਠੇ ਰੱਖਿਆ ਜਾਂਦਾ ਹੈ। ਇਸ ਸਫਾਈ ਵਿੱਚ ਝੁੰਡ ਨੂੰ ਹਟਾਉਣ ਤੋਂ ਬਾਅਦ ਇਸ ਦਾ ਅਭਿਆਸ ਕੀਤਾ ਜਾਂਦਾ ਹੈ। ਝੁੰਡ ਨੂੰ ਹਟਾਉਣ ਤੋਂ ਬਾਅਦ ਖੱਬੇ ਪਾਸੇ ਦੇ ਖੰਭ, ਕੂੜੇ ਆਦਿ ਨੂੰ ਹਟਾਓ। ਪਹਿਲਾਂ ਸ਼ੈੱਡ ਨੂੰ ਧੁੰਦਲਾ, ਜਿਸ ਨੂੰ ਮਿਸਟਿੰਗ ਕਿਹਾ ਜਾਂਦਾ ਹੈ, ਉਹ ਕਰਨਾ ਚਾਹੀਦਾ ਹੈ ਅਤੇ ਫਿਰ ਇਸ ਨੂੰ ਪ੍ਰਭਾਵਸ਼ਾਲੀ ਰੋਗਾਣੂ ਮੁਕਤ ਕਰਨਾ ਚਾਹੀਦਾ ਹੈ। ਨਵੇਂ ਝੁੰਡ ਦੇ ਆਉਣ ਤੋਂ ਪਹਿਲਾਂ ਘੱਟੋ ਘੱਟ 10 ਦਿਨਾਂ ਲਈ ਜਿਹੜਾ ਸ਼ੈੱਡ ਹੈ ਉਸ ਨੂੰ ਖਾਲੀ ਰੱਖਿਆ ਜਾਂਦਾ ਹੈ। ਨਵੇਂ ਝੁੰਡ ਦੀ ਸ਼ੁਰੂਆਤ ਤੋਂ ਪਹਿਲਾਂ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਕੂੜੇ ਵਿੱਚ ਕੋਈ ਵੀ ਵਾਧੂ ਨਮੀ ਨਹੀਂ ਹੋਣੀ ਚਾਹੀਦੀ, ਕਿਉਂਕਿ ਨਮੀ ਜੋ ਹੈ ਉਹ ਉੱਲੀ, ਜਿਸ ਨੂੰ ਫੰਗਲ ਕਿਹਾ ਜਾਂਦਾ ਹੈ, ਉਸਦੇ ਵਾਧੇ ਦਾ ਕਾਰਨ ਬਣਦੀ ਹੈ ਅਤੇ ਜੇਕਰ ਕੂੜੇ ਵਿੱਚ ਨਮੀ ਜ਼ਿਆਦਾ ਹੋਵੇਗੀ ਤਾਂ ਫੰਗਲ ਦੇ ਵਾਧੇ ਦੀ ਸੰਭਾਵਨਾ ਕੀ ਵੀ ਹੈ ਉਹ ਵਧੇਰੀ ਵੱਧ ਜਾਂਦੀ ਹੈ। ਦੂਸਰਾ ਹੈ ਇਕਸਾਰ ਸ਼ੈੱਡ ਦੀ ਸਫਾਈ। ਇਸ ਕਿਸਮ ਦੀ ਸਫਾਈ ਕੀਤੀ ਜਾਂਦੀ ਹੈ ਜਦੋਂ ਕਿ ਪੰਛੀ ਸ਼ੈੱਡ ਦੇ ਅੰਦਰ ਰਹਿੰਦੇ ਆ, ਜਿਵੇਂ ਪੱਖੇ, ਲਾਈਟਾਂ ਆਦਿ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਅਤੇ ਸ਼ੈੱਡ ਦੀ ਸਫਾਈ ਕਰਨਾ, ਪੱਕੇ ਕੂੜੇ ਨੂੰ ਹਟਾਉਣਾ, ਸਾਫ਼ ਸੁਥਰਾ ਕੂੜਾ ਪ੍ਰਬੰਧ ਕਰਨਾ ਚਾਹੀਦਾ ਹੈ। ਫੀਡਰ, ਜਿਨ੍ਹਾਂ ਰਾਹੀਂ ਜਿਹੜੇ ਪੋਲਟਰੀ ਜਾਨਵਰ ਹੈ, ਪੋਲਟਰੀ ਪਸ਼ੂ ਹੈ, ਉਹ ਆਪਣਾ ਚਾਰਾ ਲੈਂਦੇ ਆ ਅਤੇ ਜਗ੍ਹਾ ਨੂੰ ਨਿਯਮਿਤ ਤੌਰ ਤੇ ਰੋਗਾਣੂ ਮੁਕਤ ਕਰਨਾ ਚਾਹੀਦਾ ਹੈ। ਪੀਣ ਵਾਲੇ ਪਾਣੀ ਦੇ ਡੱਬਿਆਂ, ਪਾਈਪਾਂ ਨੂੰ ਨਿਯਮਿਤ ਤੌਰ ਤੇ ਰੋਗਾਣੂ ਮੁਕਤ ਕਰਨਾ ਚਾਹੀਦਾ ਹੈ। ਇਸ ਲਈ ਐਂਡੋਫੋਰਸ ਅਤੇ 5% ਸੋਡੀਅਮ ਹਾਈਪੋਕਲੋਰਾਈਟ ਵਰਤਣਾ ਅਤੇ ਆਇਓਡੀਨ ਮਿਸ਼ਰਣ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਹੁਣ ਆਪਾਂ ਅੱਜ ਦੇ ਆਪਣੇ ਟੌਪਿਕ ਦਾ ਦੂਸਰਾ ਪੁਆਇੰਟ ਰੋਗਾਣੂ ਮੁਕਤ ਕਰਨਾ, ਜਿਸ ਨੂੰ ਇੰਗਲਿਸ਼ ਵਿੱਚ ਡਿਸਇਨਫੈਕਟਿੰਗ ਵੀ ਕਿਹਾ ਜਾਂਦਾ ਹੈ। ਰੋਗਾਣੂ ਮੁਕਤ ਕਰਨ ਦੀ ਪਰਿਭਾਸ਼ਾ ਕੁਝ ਇਸ ਪ੍ਰਕਾਰ ਹੈ ਕਿ ਕੀੜਿਆਂ ਅਤੇ ਬਿਮਾਰੀ ਦੇ ਜੋਖਮ ਨੂੰ ਘਟਾਉਣ ਲਈ ਪੋਲਟਰੀ ਸ਼ੈੱਡ ਅਤੇ ਜੀਵ ਸੁਰੱਖਿਆ ਉਪਾਵਾਂ ਦੇ ਕੀਟਾਣੂ ਰਹਿਤ ਕਰਨ ਦੀ ਇੱਕ ਪ੍ਰਕਿਰਿਆ ਹੈ। ਪਿਆਰੇ ਬੱਚਿਓ, ਤੁਸੀਂ ਅਕਸਰ ਜਾਣਦੇ ਹੋ ਕਿ ਜਦੋਂ ਕੋਈ ਕਿਸਾਨ ਖੇਤ ਵਿੱਚ ਕੰਮ ਕਰਦਾ ਹੈ ਜਾਂ ਫਿਰ ਕਿਸੇ ਪੋਲਟਰੀ ਵਿੱਚ ਕੰਮ ਕਰਦਾ ਹੈ ਤਾਂ ਕੁਝ ਕੈਮੀਕਲ ਦਵਾਈਆਂ ਦੀ ਵਰਤੋਂ ਨਾਲ ਉਹ ਕੀ ਹੈ ਨੁਕਸਾਨ ਪਹੁੰਚਾਉਣ ਵਾਲੇ ਕੀਟਾਂ ਜਾਂ ਬਿਮਾਰੀਆਂ ਨੂੰ ਚੰਗੇ ਤਰੀਕੇ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਕਰਦਾ ਹੈ। ਤਾਂ ਉਸ ਲਈ ਜੋ ਕੈਮੀਕਲ ਵਰਤੇ ਜਾਂਦੇ ਆ ਉਸ ਨੂੰ ਕੀਟਾਣੂ ਨਾਸ਼ਕ ਕਿਹਾ ਜਾਂਦਾ ਹੈ। ਜਿਵੇਂ ਕਿ ਤੁਸੀਂ ਤਸਵੀਰ ਵਿੱਚ ਦੇਖ ਸਕਦੇ ਹੋ, ਕੀਟਾਣੂ ਨਾਸ਼ਕ ਦੀ ਵਰਤੋਂ ਜਰਮ ਜਿਵੇਂ ਕਿ ਬੈਕਟੀਰੀਆ, ਵਾਇਰਸ, ਉੱਲੀ ਨੂੰ ਨਸ਼ਟ ਕਰਨ, ਕਿਰਿਆਸ਼ੀਲ ਕਰਨ ਜਾਂ ਘਟਾਉਣ ਲਈ ਵਰਤੇ ਜਾਂਦੇ ਹਨ। ਕੀਟਾਣੂ ਮੁਕਤ ਹੋਣ ਤੋਂ ਬਾਅਦ ਸਫਾਈ ਕਰਨ ਤੋਂ ਬਾਅਦ ਬਾਕੀ ਬਚੇ ਰੋਗ ਏਜੰਟ ਵੀ ਖਤਮ ਹੋ ਸਕਦੇ ਹਨ। ਰੋਗਾਣੂ ਮੁਕਤ ਕਰਨਾ ਬਹੁਤ ਸਾਰੇ ਕਾਰਕਾਂ ਤੇ ਨਿਰਭਰ ਕਰਦਾ ਹੈ, ਜਿਵੇਂ ਕਿ ਪਾਣੀ ਦੀ ਕੁਆਲਿਟੀ, ਸਖਤ ਸਫਾਈ ਅਤੇ ਕੀਟਾਣੂ ਨਾਸ਼ਕ ਦੀ ਸਹੀ ਯੋਗਤਾ। ਇਹ ਤੁਸੀਂ ਡੱਬੇ ਉੱਤੇ ਦਿੱਤੇ ਹੋਏ ਲੀਥਲ ਡੋਜ਼ ਦੀ ਸਹਾਇਤਾ ਨਾਲ ਪਤਾ ਕਰ ਸਕਦੇ ਹੋ ਕਿ ਕੀਟਾਣੂ ਨਾਸ਼ਕ ਦੀ ਕਿੰਨੀ ਕੁ ਯੋਗਤਾ ਹੈ। ਸ਼ੈੱਡ ਦੇ ਪ੍ਰਵੇਸ਼ ਦੁਆਰ ਤੇ ਪੈਰ ਧੋਣਾ। ਪਿਆਰੇ ਬੱਚਿਓ, ਇਹ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਅੱਜਕੱਲ ਆਮ ਤੌਰ ਤੇ ਹਰ ਇੱਕ ਪੋਲਟਰੀ ਫਾਰਮ, ਡੇਅਰੀ ਫਾਰਮ, ਪੋਲੀ ਹਾਊਸ, ਨੈਟ ਹਾਊਸ ਵਿੱਚ ਵਰਤੀ ਜਾਂਦੀ ਹੈ। ਪੈਰ ਧੋਣਾ
ਬਿਮਾਰੀ ਫੈਲਣ ਦੇ ਜੋਖਮ ਨੂੰ ਘੱਟ ਕਰਨ ਵਿੱਚ ਸਹਾਇਤਾ ਕਰਦਾ ਹੈ। ਸ਼ੈੱਡ ਤੇ ਪੈਰ ਧੋਣ ਵੇਲੇ ਇਹ ਪੈਰ ਨੂੰ ਸਾਫ਼ ਕਰਦਾ ਹੈ, ਜੋ ਬਾਹਰੀ ਕਣਾਂ ਨੂੰ ਹਟਾਉਂਦਾ ਹੈ ਅਤੇ ਸ਼ੈੱਡ ਨੂੰ ਲਾਗ ਤੋਂ ਬਚਾਉਂਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਕਿ ਵਾਤਾਵਰਣ ਵਿੱਚ ਬਿਮਾਰੀ ਪੈਦਾ ਕਰਨ ਦੇ ਕਿਹੜੇ-ਕਿਹੜੇ ਏਜੰਟ ਹੁੰਦੇ ਹਨ ਅਤੇ ਉਹ ਕਿੰਨੇ ਸਮੇਂ ਤੱਕ ਆਪਣੇ ਪੋਲਟਰੀ ਫਾਰਮ ਵਿੱਚ ਮੌਜੂਦ ਰਹਿ ਸਕਦੇ ਹਨ ਤੇ ਕਿੰਨਾ ਸਮਾਂ ਉਹ ਆਪਣਾ ਬੁਰਾ ਪ੍ਰਭਾਵ ਕਿਸੇ ਵੀ ਪੋਲਟਰੀ ਪੰਛੀ ਉੱਤੇ ਬਣਾਏ ਰੱਖਦੇ ਹਨ। ਤਾਂ ਆਓ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਐਵੀਨ ਇਨਫਲੂਐਂਜ਼ਾ, ਜਿਸ ਬਾਰੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਇਸ ਨੂੰ ਬਰਡ ਫਲੂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਕਈ ਦਿਨਾਂ ਤੋਂ ਕਈ ਮਹੀਨਿਆਂ ਤੱਕ ਆਪਣੇ ਪੋਲਟਰੀ ਫਾਰਮ ਵਿੱਚ ਮੌਜੂਦ ਰਹਿ ਸਕਦਾ ਹੈ। ਦੂਸਰਾ ਹੈ ਕਿਕੋਡਰਮਿਸ, ਜੋ ਕਿ ਕਈ ਮਹੀਨਿਆਂ ਤੱਕ ਕੀ ਹੈ ਆਪਣੇ ਪੋਲਟਰੀ ਫਾਰਮ ਵਿੱਚ ਮੌਜੂਦ ਰਹਿ ਸਕਦਾ ਹੈ। ਨੈਕਸਟ ਹੈ ਪੰਛੀ ਹੈਜਾ, ਇਹ ਮਹੀਨਿਆਂ ਤੋਂ ਸਾਲਾਂ ਤੱਕ ਪੋਲਟਰੀ ਏਜੰਟਾਂ ਵਿੱਚ ਮੌਜੂਦ ਰਹਿ ਸਕਦਾ ਹੈ। ਨੈਕਸਟ ਹੈ ਨਿਊਕਾਸਲ ਬਿਮਾਰੀ, ਜੋ ਕਿ ਕਈ ਦਿਨਾਂ ਤੋਂ ਕਈ ਮਹੀਨਿਆਂ ਤੱਕ ਡੇਅਰੀ ਫਾਰਮ ਵਿੱਚ ਮੌਜੂਦ ਜਾਂ ਫਿਰ ਪੋਲਟਰੀ ਫਾਰਮ ਵਿੱਚ ਮੌਜੂਦ ਰਹਿ ਸਕਦੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਬਾਇਓ ਸੁਰੱਖਿਆ, ਜੋ ਕਿ ਬਹੁਤ ਹੀ ਜ਼ਰੂਰੀ ਹੈ। ਬਾਇਓ ਸੁਰੱਖਿਆ ਬਾਰੇ ਜਾਣ ਕੇ ਇੱਕ ਮਨੁੱਖ ਆਪਣਾ ਖੁਦ ਦੀ ਪ੍ਰੋਟੈਕਸ਼ਨ, ਖੁਦ ਦਾ ਬਚਾਓ ਕਰ ਸਕਦਾ ਹੈ। ਬਾਇਓ ਸੁਰੱਖਿਆ ਨੂੰ ਜੈਵਿਕਤਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਜੈਵਿਕਤਾ ਕੀ ਹੈ। ਉਹ ਤੌਰ ਤਰੀਕੇ ਜਿਨ੍ਹਾਂ ਨਾਲ ਰੋਗਾਣੂਆਂ ਨੂੰ ਫਾਰਮ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਸਕੇ, ਉਸਨੂੰ ਜੈਵਿਕਤਾ ਕਿਹਾ ਜਾਂਦਾ ਹੈ। ਜਾਂ ਫਿਰ ਫਾਰਮ ਵਿੱਚ ਰੋਗ ਮੁਕਤ ਵਾਤਾਵਰਣ ਨੂੰ ਕਾਇਮ ਕਰਨ ਲਈ ਅਪਣਾਏ ਗਏ ਤਰੀਕੇ ਨੂੰ ਵੀ ਬਾਇਓ ਸੁਰੱਖਿਆ ਜਾਂ ਜੈਵਿਕਤਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਬਿਮਾਰੀ ਦੀ ਰੋਕਥਾਮ ਲਈ ਚਲਾਏ ਗਏ ਪ੍ਰੋਗਰਾਮ ਰਾਹੀਂ ਉਤਪਾਦਨ ਅਤੇ ਲਾਭ ਲਈ ਅਪਣਾਏ ਗਏ ਤਰੀਕੇ ਨੂੰ ਵੀ ਜੈਵਿਕਤਾ ਕਿਹਾ ਜਾਂਦਾ ਹੈ। ਬਾਇਓ ਸੁਰੱਖਿਆ ਦੁਆਰਾ ਜੋਖਮ ਘੱਟ ਕਰਨਾ। ਪਿਆਰੇ ਬੱਚਿਓ, ਬਾਇਓ ਸੁਰੱਖਿਆ ਵਿੱਚ 4 ਕਦਮ ਹੁੰਦੇ ਹਨ, ਜਿਨ੍ਹਾਂ ਨੂੰ ਮੁੱਖ ਤੌਰ ਤੇ ਜੋਖਮ ਘੱਟ ਕਰਨ ਦੇ ਲਈ ਵਰਤਿਆ ਜਾਂਦਾ ਹੈ। ਸਭ ਤੋਂ ਪਹਿਲਾ ਹੈ ਇਕੱਲਤਾ। ਇਕੱਲਤਾ ਤੋਂ ਭਾਵ ਹੈ ਪੋਲਟਰੀ ਫਾਰਮ ਨੂੰ ਦੂਸਰੇ ਪੋਲਟਰੀਆਂ ਤੋਂ ਅਲੱਗ-ਅਲੱਗ ਕਰਨ ਲਈ ਲਾਗ ਦਾ ਖਤਰਾ ਘਟ ਜਾਂਦਾ ਹੈ ਅਤੇ ਜੇਕਰ ਬੈਰੀਅਰ 5 ਕਿਲੋਮੀਟਰ ਦੀ ਰੁਕਾਵਟ ਹੋਣ ਤੇ ਫਾਰਮਾਂ ਦੇ ਵਿਚਕਾਰ ਕ੍ਰਾਸ ਦਾ ਲਾਗ ਘੱਟੋ-ਘੱਟ 50% ਬਿਮਾਰੀ ਦੇ ਖਤਰੇ ਨੂੰ ਘੱਟ ਕਰ ਸਕਦਾ ਹੈ। ਦੂਸਰਾ ਤਰੀਕਾ ਹੈ ਸੁਰੱਖਿਆ ਫੈਂਸ। ਫੈਂਸ ਤੋਂ ਭਾਵ ਹੁੰਦਾ ਹੈ ਕੰਡਿਆਲੀ ਤਾਰ ਦੀ ਵਰਤੋਂ, ਜੋ ਕਿ ਆਪਾਂ ਆਪਣੇ ਆਸ-ਪਾਸ ਜਾਂ ਫਿਰ ਆਪਣੇ ਘਰ ਦੀ ਸੁਰੱਖਿਆ ਲਈ ਵਰਤਦੇ ਹਾਂ। ਆਓ ਹੁਣ ਆਪਾਂ ਪੜ੍ਹਦੇ ਹਾਂ ਕਿ ਸੁਰੱਖਿਆ ਫੈਂਸ ਕੀ ਹੁੰਦੀ ਹੈ। ਸੁਰੱਖਿਆ ਲਈ ਅਤੇ ਚੋਰੀ ਦੇ ਬਚਾਅ ਲਈ ਜਾਂ ਫਿਰ ਕੁਦਰਤੀ ਸ਼ਿਕਾਰੀ ਜਿਵੇਂ ਜੈਕਲ, ਬਲਦ, ਬਘਿਆੜ ਦੇ ਦਾਖਲੇ ਤੇ ਪਾਬੰਦੀ ਲਈ ਫਾਰਮ ਦੀ ਕੰਡਿਆਲੀ ਤਾਰ ਬਹੁਤ ਹੀ ਮਹੱਤਵਪੂਰਨ ਹੁੰਦੀ ਹੈ। ਸੁਰੱਖਿਆ ਫੈਂਸ ਦੇ ਵਿੱਚ ਸ਼ਾਵਰ ਕਰਨਾ ਵੀ ਇੱਕ ਅਹਿਮ ਕਦਮ ਮੰਨਿਆ ਜਾਂਦਾ ਹੈ। ਇਸ ਵਿੱਚ ਸਟਾਫ, ਯਾਤਰੀਆਂ ਅਤੇ ਵਾਹਨਾਂ ਦੀ ਸ਼ਾਵਰ ਪ੍ਰਣਾਲੀ ਤੋਂ ਇਲਾਵਾ ਫਾਰਮ ਵਿੱਚ ਹੋਰ ਕੋਈ ਦਾਖਲਾ ਨਹੀਂ ਹੋਣਾ ਚਾਹੀਦਾ। ਤੀਸਰਾ ਹੈ ਪੋਲਟਰੀ ਫਾਰਮ ਅਤੇ ਸ਼ੈੱਡ। ਨਵੇਂ ਝੁੰਡ ਦੀ ਪਹਿਚਾਣ ਤੋਂ ਪਹਿਲਾਂ ਬੈਚ ਦਾ ਅੰਤਰਾਲ 15 ਦਿਨਾਂ ਤੋਂ 1 ਮਹੀਨੇ ਤੱਕ ਦਾ ਹੋਣਾ ਚਾਹੀਦਾ ਹੈ। ਸਹੀ ਅਤੇ ਆਸਾਨ ਸਫਾਈ ਲਈ ਕੰਕਰੀਟ ਦਾ ਫਰਸ਼ ਹੋਣਾ ਬਹੁਤ ਜ਼ਰੂਰੀ ਹੈ। ਡਿਟਰਜੈਂਟ ਅਤੇ ਕੀਟਾਣੂਨਾਸ਼ਕ ਨਾਲ ਚੰਗੀ ਤਰ੍ਹਾਂ ਰੋਗਾਣੂ ਮੁਕਤ ਕਰੋ।
ਝੁੰਡ ਨੂੰ ਬਹੁਤ ਜ਼ਿਆਦਾ ਗਰਮ ਮੌਸਮ ਵਾਲੀ ਸਥਿਤੀ ਜਾਂ ਫਿਰ ਮੀਂਹ ਦੇ ਪਾਣੀ ਜਾਂ ਫਿਰ ਤੇਜ਼ ਹਵਾਦਾਰੀ ਤੋਂ ਬਚਾਉਣ ਲਈ ਸਹੀ ਪਰਦੇ ਬਿਮਾਰੀ ਦੀ ਰੋਕਥਾਮ ਕਰਦੇ ਹਨ। ਇਸ ਤੋਂ ਇਲਾਵਾ ਪੋਲਟਰੀ ਫਾਰਮ ਜਾਂ ਫਿਰ ਸ਼ੈੱਡ ਦੇ ਆਲੇ ਦੁਆਲੇ ਘਾਹ ਜਾਂ ਬੂਟੀ ਨਹੀਂ ਉੱਗਣ ਦੇਣਾ ਚਾਹੀਦਾ, ਕਿਉਂਕਿ ਘਾਹ ਅਤੇ ਬੂਟੀ ਜਾਂ ਫਿਰ ਨਦੀਨ ਬਹੁਤ ਸਾਰੇ ਕੀਟ ਅਤੇ ਬਿਮਾਰੀਆਂ ਦਾ ਇੱਕ ਸਰੋਤ ਬਣਦੇ ਹਨ। ਲਾਸਟ ਪੁਆਇੰਟ ਹੈ ਉਪਕਰਨ। ਖੇਤ ਤੋਂ ਲੈ ਕੇ ਖੇਤ ਤੱਕ ਦੇ ਸਮਾਨ ਦੀ ਪ੍ਰਕਿਰਿਆ ਦੇ ਕੀਟਨਾਸ਼ਕ ਹੋਣ ਤੋਂ ਬਾਅਦ ਹੀ ਫਾਰਮ ਤੋਂ ਲੈ ਕੇ ਹੈਚਰੀ ਤੱਕ ਦੇ ਅੰਡੇ ਫਲੈਟਾਂ ਦੀ ਹੈਚਰੀ ਤੇ ਰੋਗਾਣੂ ਮੁਕਤ ਹੋਣਾ ਲਾਜ਼ਮੀ ਹੈ। ਫਾਰਮ ਵਿੱਚ ਅਤੇ ਬਾਹਰ ਖੇਤ ਵਿੱਚ ਅੰਡੇ ਦੇ ਫਲੈਟਾਂ ਦੀ ਪ੍ਰਵੇਸ਼ ਅਤੇ ਮੌਜੂਦਗੀ ਤੇ ਪਾਬੰਦੀ ਲਾਜ਼ਮੀ ਹੈ। ਫੀਡਰ ਅਤੇ ਪਾਣੀ ਦੇ ਸਰੋਤਾਂ ਨੂੰ ਰੋਗਾਣੂ ਮੁਕਤ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਪਿਆਰੇ ਬੱਚਿਓ, ਹੁਣ ਆਪਾਂ ਗੱਲ ਕਰਦੇ ਹਾਂ PPE ਕਿੱਟ, ਜਿਸ ਨੂੰ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ ਕਿੱਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। PPE ਕਿੱਟ ਤੋਂ ਭਾਵ ਹੈ ਨਿੱਜੀ ਸੁਰੱਖਿਆ ਉਪਕਰਨ। ਨਿੱਜੀ ਸੁਰੱਖਿਆ ਉਪਕਰਨ ਆਪਣੀ ਅਤੇ ਆਪਣੇ ਆਸ-ਪਾਸ ਦੇ ਲੋਕਾਂ ਨੂੰ ਬਚਾਉਣ ਲਈ ਇੱਕ ਸਾਵਧਾਨੀ ਵਾਲਾ ਕਦਮ ਹੈ। PPE ਖਤਰਨਾਕ ਅਤੇ ਛੂਤ ਵਾਲੀ ਸਮੱਗਰੀ ਤੋਂ ਬਚਾਅ ਲਈ ਪਹਿਨੇ ਜਾਣ ਵਾਲੇ ਵਿਸ਼ੇਸ਼ ਕੱਪੜੇ ਜਾਂ ਉਪਕਰਨ ਹਨ। PPE ਕਿੱਟ ਵਿੱਚ ਤੁਸੀਂ ਐਪਰਨ, ਮਾਸਕ, ਗੌਗਲਜ਼, ਗਲਵਜ਼ ਆਦਿ ਉਪਕਰਨ ਮੌਜੂਦ ਹੁੰਦੇ ਹਨ, ਜਿਸ ਦੀ ਵਰਤੋਂ ਨਾਲ ਕੋਈ ਵੀ ਮਨੁੱਖ ਜੋ ਹੈ ਆਪਣੇ ਆਪ ਨੂੰ ਲਾਗ ਵਾਲੀਆਂ ਜਾਂ ਫਿਰ ਛੂਤ ਵਾਲੀਆਂ ਬਿਮਾਰੀਆਂ ਤੋਂ ਬਚਾ ਸਕਦਾ ਹੈ। ਅੱਜ ਕੱਲ੍ਹ ਦੀ ਪੈਂਡੇਮਿਕ ਸਟੇਜ ਭਾਵ ਕਰੋਨਾ ਦੇ ਦਿਨਾਂ ਵਿੱਚ ਤੁਸੀਂ ਆਮ ਤੌਰ ਤੇ ਦੇਖ ਸਕਦੇ ਹੋ ਕਿ ਜਦੋਂ ਇੱਕ ਕਰੋਨਾ ਜਾਂ ਫਿਰ COVID-19 ਦਾ ਟੈਸਟ ਕੀਤਾ ਜਾਂਦਾ ਹੈ ਤਾਂ ਡਾਕਟਰਾਂ ਦੁਆਰਾ ਕੀ ਹੈ PPE ਕਿੱਟ ਸਭ ਤੋਂ ਪਹਿਲਾਂ ਪਹਿਨੀ ਜਾਂਦੀ ਹੈ, ਤਾਂ ਕਿ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਲਾਗ ਦੀ ਬਿਮਾਰੀ ਨਾ ਹੋ ਸਕੇ। PPE ਕਿੱਟ ਪਹਿਨਣ ਦਾ ਉਦੇਸ਼ ਭਾਵ ਕਿ PPE ਕਿੱਟ ਕਿਉਂ ਪਹਿਨੀ ਜਾਂਦੀ ਹੈ। ਪਿਆਰੇ ਬੱਚਿਓ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਬਿਮਾਰੀ ਅਤੇ ਲਾਗ ਦੇ ਫੈਲਣ ਨੂੰ ਰੋਕਣਾ ਜਾਂ ਫਿਰ ਕਿਸੇ ਗਰਮ ਵਸਤੂ ਨੂੰ ਛੂਹਣ ਤੋਂ ਬਚਾਉਣ ਲਈ ਵੀ PPE ਕਿੱਟ ਦੀ ਵਰਤੋਂ ਕੀਤੀ ਜਾਂਦੀ ਹੈ। PPE ਕਿੱਟ ਵਿੱਚ ਉਪਲਬਧ ਸਮੱਗਰੀ ਹੁੰਦੀ ਹੈ ਬੂਟ ਕਵਰ, ਬਾਲ ਕਵਰ, ਮਾਸਕ, ਦਸਤਾਨੇ, ਗੌਗਲਜ਼ ਅਤੇ ਐਪਰਨ। ਆਪਾਂ ਪਿਛਲੀ ਸਲਾਈਡ ਦੇ ਵਿੱਚ ਬਾਇਓ ਸਿਕਿਉਰਿਟੀ, ਬਾਇਓ ਸੁਰੱਖਿਆ ਜਾਂ ਫਿਰ ਜੈਵਿਕਤਾ ਬਾਰੇ ਪੜ੍ਹਿਆ ਹੈ। ਹੁਣ ਆਪਾਂ ਬਾਇਓ ਸਿਕਿਉਰਿਟੀ ਦੇ 3 ਮਹੱਤਵਪੂਰਨ ਕਾਰਕਾਂ ਬਾਰੇ ਚਰਚਾ ਕਰਾਂਗੇ। ਬਾਇਓ ਸਿਕਿਉਰਿਟੀ ਦੇ 3 ਮੁੱਖ ਕਾਰਕ ਹੁੰਦੇ ਹਨ। ਸਭ ਤੋਂ ਪਹਿਲਾ ਹੈ ਸੰਜੀਵ ਬਾਇਓ ਸਿਕਿਉਰਿਟੀ, ਜਿਸ ਨੂੰ ਤੁਸੀਂ ਜੈਵਿਕ ਸੁਰੱਖਿਆ ਦੀ ਧਾਰਨਾ ਅਤੇ ਇੰਗਲਿਸ਼ ਵਿੱਚ ਕਨਸੈਪਚੁਅਲ ਬਾਇਓ ਸਿਕਿਉਰਿਟੀ ਵੀ ਆਖ ਸਕਦੇ ਹੋ। ਦੂਸਰਾ ਹੁੰਦਾ ਹੈ ਸੁਰੱਖਿਆਤਮਕ ਬਾਇਓ ਸਿਕਿਉਰਿਟੀ, ਜਿਸ ਨੂੰ ਸਟਰਕਚਰਲ ਬਾਇਓ ਸਿਕਿਉਰਿਟੀ ਵੀ ਕਿਹਾ ਜਾ ਸਕਦਾ ਹੈ। ਅਤੇ ਤੀਸਰਾ ਹੈ ਕਾਰਜਸ਼ੀਲ ਬਾਇਓ ਸਿਕਿਉਰਿਟੀ, ਜਿਸ ਨੂੰ ਆਪਰੇਸ਼ਨਲ ਬਾਇਓ ਸਿਕਿਉਰਿਟੀ ਵੀ ਤੁਸੀਂ ਕਹਿ ਸਕਦੇ ਹੋ। ਆਓ ਹੁਣ ਇਹਨਾਂ 3 ਕਾਰਕਾਂ ਤੇ ਚਰਚਾ ਕਰਦੇ ਹਾਂ। ਸਭ ਤੋਂ ਪਹਿਲਾ ਹੈ ਜੈਵਿਕ ਸੁਰੱਖਿਆ ਦੀ ਧਾਰਨਾ। ਪਿਆਰੇ ਬੱਚਿਓ, ਕਿਸੇ ਵੀ ਪੋਲਟਰੀ ਫਾਰਮ ਵਿੱਚ ਜੈਵਿਕ ਸੁਰੱਖਿਆ ਦੀ ਧਾਰਨਾ ਵਿੱਚ ਕੁਝ ਗੱਲਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ, ਜਿਵੇਂ ਮੁੱਖ ਅਤੇ ਛੋਟੀਆਂ ਸੜਕਾਂ ਦੀ ਸਥਿਤੀ, ਵਪਾਰਕ ਅਤੇ ਘਰੇਲੂ ਪੋਲਟਰੀ ਦੀ ਆਵਾਜਾਈ ਤੇ ਮੁੱਖ ਤੌਰ ਤੇ ਧਿਆਨ ਦਿੱਤਾ ਜਾਂਦਾ ਹੈ। ਵੱਡੀਆਂ ਝੀਲਾਂ, ਤਲਾਵਾਂ, ਦਰਿਆਵਾਂ ਅਤੇ ਪ੍ਰਵਾਸੀ ਪੰਛੀਆਂ ਦੇ ਆਵਾਜਾਈ ਦੇ ਰਸਤਿਆਂ ਦੀ ਨੇੜਤਾ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ।
अलग-अलग उम्र दे आंडे देण वालीਆਂ मुर्गियां ਦੀ ਇਕਾਈ ਦੀ ਸਥਿਤੀ ਨੂੰ खास तौर ते ध्यान विच रखिया जाता है। दूसरा है सुरक्षात्मक जैविकता या फिर सुरक्षाई ढांचा। इस विच राहियां नूं रोकण लई फार्म दे आसे-पासे बाड़ कीती जाती है। घरेलू खेतर दी बाड़ सुरक्षित गेट ला के करनी पोल्ट्री फार्म विच वरते जांदे जंतरां अते जुत्तियां नूं कीटाणु रहत करना, खाद पदार्थ कीड़े मकोड़ियां तो रहत जगह उपर रखना, पंछी अते चूहा मुक्त जगह, ढुकवीं सफाई लई पक्का फर्श, भोजन, कूड़ा करकट, साजो समान वाली जगह अलग अलग अते पोल्ट्री जानवरां तो दूर होनी चाहिदी है। कार्यशील बायोसिक्योरिटी विच बिट्ठा अते कूड़ा करकट दी हर रोज सफाई करो, फर्श नूं साफ पानी नाल धोवो, फर्श उपर 1 किलोग्राम प्रति 100 वर्ग फुट दे हिसाब नाल कास्टिक सोडे दा छिड़काव जरूरी है। कास्टिक सोडे नूं पानी विच मिला के 3-4 घंटे लई फर्श उपर छड्डो। छत्तां, थमलियां, पिंजरियां, दीवारां अते परदियां ते होर साजो समान नूं चंगी तरह अंदरों धोवो। सप्लाई होण वाले पानी नूं सुरक्षा लई क्लोरीनेशन दा पੱਧਰ 2 ppm तो ज़्यादा ना होवे। इन्हां गल्लां दा ध्यान कार्यशील बायोसिक्योरिटी विच रखिया जांदा है। बीमारी दे दौरान जैव सुरक्षा लई कुछ गल्लां नूं ध्यान विच रखिया जांदा है। जेकर किसी भी पोल्ट्री फार्म विच किसी भी तरीके दी बीमारी, चाहे वो छूत या फिर अछूत दी बीमारी है, जेकर उसदे कुछ लक्षण दिखाई देन तां समूचे फार्म दी सफाई करना, पोल्ट्री शैड नूं कीटाणु मुक्त करना, सारे साजो समान दी साफ सफाई करना, फार्म अंदर आउण जाण वाली हर चीज दी सफाई करना, मुर्गियां उपर रोगाणुनाशक दा छिड़काव करना आदि कुछ अहम जिहड़े कदम हैं ओह चुके जांदे हन। इस तो इलावा कूड़े करकट दा निपटारा। कूड़े करकट, खाद पदार्थां, पंछियां दे खंभा आदि नूं पोल्ट्री फार्म तो दूर निपटारा कीता जांदा है। कूड़े करकट उपर कीटाणुनाशक स्प्रे कीती जांदी है। कंपोस्ट खाद जां बायो खाद उत्पादां लई जैविक मादे दी वरतों कीती जांदी है। कूड़े करकट दी खाद वजों पोल्ट्री फार्म दे आले दुआले वरतों करन तो गुरेज करना चाहिदा है। प्यारे बच्चों, ये सी अज दा टॉपिक। उम्मीद करदी हां कि तुहानू काफ़ी कुछ सीखण नू मिलिया होवेगा। हुण मैं तुहाडे तो कुछ प्रश्न पूछूंगी ते उम्मीद करूंगी कि तुहानू उन्हां दे उत्तर जो है लाजमी आउंदे होणगे। तां सब तो पहला प्रश्न है, चंगे तरीके नाल कीती सफाई %% बीमारी एजेंटां नू हटा दिंदी है। ऑप्शन है 50%, 70%, 80% या फिर 100%। ते इसका सही उत्तर है 80%। एक चंगे तरीके नाल सफाई 80% कीटाणुआं नू या फिर वायरस बैक्टीरिया नू हटा दिंदी है। नेक्स्ट प्रश्न है, पीपीई किट दा पूरा नाम है। प्यारे बच्चों, पीपीई किट बारे आपां इस पीपीटी विच 2-3 बार चर्चा की है। ते पीपीई किट दा पूरा नाम है पर्सनल प्रोटैक्शन किट, पर्सनल प्रोटैक्टिव किट, पीपल प्रोटैक्शन किट या फिर पीपल प्रोटैक्टिव किट। ते इसका सही उत्तर है पर्सनल प्रोटैक्टिव किट। नवें झुंड दे आउण तो पहला किन्ने दिन पहला शैड नू खाली रखना चाहिदा है। ऑप्शन है घट्टो घट्ट 15 दिन पहला, घट्टो घट्ट 20 दिन पहला, घट्टो घट्ट 10 दिन पहला या फिर घट्टो घट्ट 7 दिन पहला।
ਹਾਂਜੀ, ਤਾਂ ਇਸ ਦਾ ਸਹੀ ਉੱਤਰ ਤੁਸੀਂ ਆਪਣੇ ਮਨ ਵਿੱਚ ਸੋਚੋ ਤੇ ਇਸ ਦਾ ਸਹੀ ਉੱਤਰ ਹੈ ਘੱਟੋ ਘੱਟ 10 ਦਿਨ ਪਹਿਲਾਂ। ਬਾਇਓਸਿਕਿਉਰਿਟੀ ਦੇ ਮਹੱਤਵਪੂਰਨ ਕਾਰਕ ਕਿੰਨੇ ਹੁੰਦੇ ਹਨ? 4 ਕਾਰਕ ਹੁੰਦੇ ਹਨ, 3 ਹੁੰਦੇ ਹਨ, 2 ਹੁੰਦੇ ਹਨ ਜਾਂ ਫਿਰ ਸਿਰਫ ਇੱਕ ਕਾਰਕ ਹੁੰਦਾ ਹੈ? ਤਾਂ ਬਾਇਓਸਿਕਿਉਰਿਟੀ ਦੇ ਮਹੱਤਵਪੂਰਨ 3 ਕਾਰਕ ਹੁੰਦੇ ਹਨ। PPE ਕਿੱਟ ਵਿੱਚ ਉਪਲਬਧ ਸਾਮੱਗਰੀ ਕਿਹੜੀ ਹੈ? ਜੁੱਤੇ ਕਵਰ, ਬਾਲ ਕਵਰ, ਦਸਤਾਨੇ ਜਾਂ ਫਿਰ ਸੱਸਾ ਹੈ ਇਹ ਸਾਰੇ? ਤੇ ਇਸ ਦਾ ਸਹੀ ਉੱਤਰ ਹੈ ਇਹ ਸਾਰੇ। PPE ਕਿੱਟ ਵਿੱਚ ਜੁੱਤੇ ਕਵਰ, ਬਾਲ ਕਵਰ, ਦਸਤਾਨੇ, ਗੋਗਲਸ, ਐਪਰਨ ਆਦਿ ਮੌਜੂਦ ਹੁੰਦੇ ਹਨ। ਪਿਆਰੇ ਬੱਚਿਓ, ਇਹ ਸੀ ਅੱਜ ਦਾ ਟੌਪਿਕ। ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।